ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਹ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਜਹ ਬਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਜਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ। ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਮੇਹਰਾਂ ਦੇ ਸਾਈਂ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 35 ਮਹਾਂਪੁਰਸ਼ਾਂ ਦੀ ਰੂਹਾਨੀ ਆਤਮਿਕ ਜੋਤ। ਆਓ ਜੀ ਮਾਲਕ ਦੇ ਪਾਵਨ ਚਰਨਾਂ ਵਿੱਚ ਆਪਣਾ ਸੀਸ ਨਵਾਈਏ ਜੀ ਸਤਿਕਾਰ ਪ੍ਰੇਮ ਨਾਲ ਗੱਜ ਵੱਜ ਕੇ। ਕਲਗੀਧਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਦੇ ਵਿੱਚ ਰੱਖੀਏ ਆਪਣਾ ਮਸਤਕ। ਉਹਨਾਂ ਨੇ ਜੋ ਬਖਸ਼ਿਸ਼ ਕੀਤੀ ਹੈ ਗੁਰੂ ਫਤਿਹ ਦੁਆਰਾ ਉਹਦੇ ਨਾਲ ਸਾਂਝ ਪਾਈਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਸ਼ੁਕਰ ਹੈ, ਜਿਨ੍ਹਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ ਆਪਣੇ ਇਸ ਬੱਚੇ ਉੱਤੇ ਕਿ ਸੁਖਮਨੀ ਸਾਹਿਬ ਦੀਆਂ 5 ਅਸ਼ਟਪਦੀਆਂ ਜਿਨ੍ਹਾਂ ਦੀ ਵਿਚਾਰ ਸਤਿਗੁਰੂ ਜੀ ਨੇ ਕੰਪਲੀਟ ਕਰਵਾਈ ਹੈ। ਜੋ ਵੀ ਸਤਿਗੁਰੂ ਜੀ ਨੇ ਆਪਣੀ ਮਿਹਰ ਕਰਕੇ ਤੁਸ਼ ਬੁੱਧੀ ਬਖਸ਼ਿਸ਼ ਕੀਤੀ ਹੈ। ਅੱਜ ਜਿਹਦੀ ਆਪਾਂ ਵਿਚਾਰ ਕਰਨ ਲੱਗੇ ਹਾਂ ਇਹ 6ਵੀਂ ਅਸ਼ਟਪਦੀ ਹੈ ਤੇ 6ਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਹੈ। ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਕਿ 24 ਅਸ਼ਟਪਦੀਆਂ ਨੇ ਤੇ 24 ਹੀ ਸ਼ਲੋਕ ਹੈ। ਕੋਈ ਵੀ ਜਦੋਂ ਅਸ਼ਟਪਦੀ ਆਰੰਭ ਹੁੰਦੀ ਹੈ ਤੇ ਗੁਰੂ ਅਰਜਨ ਸਾਹਿਬ ਜੀ ਸਭ ਤੋਂ ਪਹਿਲਾਂ ਸ਼ਲੋਕ ਲਿਖਦੇ ਨੇ। ਇੱਥੇ ਵੀ ਸਤਿਗੁਰੂ ਜੀ ਨੇ ਸ਼ਲੋਕ ਲਿਖਿਆ ਹੈ ਤੇ ਉਹਦੇ ਬੜੇ ਪਿਆਰੇ ਸ਼ਬਦ ਵਰਤੇ ਨੇ। ਕਾਮ ਕ੍ਰੋਧ ਅਰ ਲੋਭ ਮੋਹ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਹ 5 ਤੱਤ ਨੇ ਜਿਹੜੇ ਇਨਸਾਨ ਦੇ ਜੀਵਨ ਨੂੰ ਅਗਾਂਹ ਲੈ ਕੇ ਚੱਲਦੇ ਨੇ। ਪਹਿਲਾਂ ਆਪਾਂ ਪੂਰਾ ਸ਼ਲੋਕ ਸੁਣਦੇ ਹਾਂ ਜੀ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਅਹਮੇਵ ਹੰਕਾਰ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ ਅਕਾਲ ਪੁਰਖ ਪ੍ਰਭੂ ਪਰਮਾਤਮਾ, ਹੇ ਮੇਰੇ ਗੁਰਦੇਵ, ਹੇ ਮੇਰੇ ਮਾਲਕ ਜੀ, ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਤੂੰ ਮੇਰਾ ਪ੍ਰਭੂ ਹੈ, ਤੂੰ ਹੀ ਮੇਰਾ ਗੁਰਦੇਵ ਹੈ। ਮੈਂ ਨਾਨਕ ਤੇਰੀ ਪਾਵਨ ਸ਼ਰਨ ਦੇ ਵਿੱਚ ਆਇਆ ਹਾਂ ਤੇ ਮੈਂ ਅਰਦਾਸ ਕਰਦਾ ਹਾਂ ਕਿ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਇਹ ਮੇਰੇ ਅੰਦਰੋਂ ਬਿਨਸ ਜਾਣ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਮੇਰੇ ਉੱਤੇ ਕਿਰਪਾ ਕਰ ਮੇਰੇ ਸਤਿਗੁਰੂ ਮੇਰੇ ਗੁਰਦੇਵ। ਪ੍ਰਸਾਦ ਦਾ ਮਤਲਬ ਹੁੰਦਾ ਕਿਰਪਾ, ਮੇਰੇ ਉੱਤੇ ਕਿਰਪਾ ਕਰ। ਹੁਣ ਇਹੀ ਜਿਹੜਾ ਪ੍ਰਸਾਦ ਸ਼ਬਦ ਹੈ ਅਗਾਂਹ ਜਾ ਕੇ ਸਤਿਗੁਰੂ ਜੀ ਵਰਤਦੇ ਵੀ ਨੇ। ਹੁਣ ਇਸ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਨੇ 5 ਤੱਤਾਂ ਦੀ ਗੱਲ ਕੀਤੀ ਹੈ। ਥੋੜੇ ਜਿਹੇ ਸ਼ਬਦਾਂ ਵਿੱਚ ਮੈਂ ਕੰਪਲੀਟ ਕਰ ਦੇਵਾਂ ਗੱਲ ਨੂੰ। ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ 5 ਤੱਤ ਨੇ ਜਿਨ੍ਹਾਂ ਨੂੰ ਅਸੀਂ 5 ਗੁਣ ਕਹਿ ਸਕਦੇ ਹਾਂ ਜਿਹੜੇ ਇਨਸਾਨ ਦੇ ਅੰਦਰ ਵਾਹਿਗੁਰੂ ਨੇ ਪਾਏ ਨੇ। ਇਹ ਮਾੜੇ ਨਹੀਂ ਹੈ, ਪਰ ਇਹਨਾਂ ਦੀ ਵਰਤੋਂ ਹਰ ਇਨਸਾਨ ਆਪਣੇ ਤਰੀਕੇ ਨਾਲ ਕਰਦਾ ਹੈ। ਉਹ ਮਾੜੀ ਕਰਨੀ ਹੈ ਕਿ ਚੰਗੀ ਕਰਨੀ ਹੈ ਇਹ ਸਾਡੇ ਉੱਤੇ ਡਿਪੈਂਡ ਹੈ ਭਲਿਓ। ਹੁਣ ਸੰਖੇਪ ਜੀ ਮੈਂ ਗੱਲ ਕਰ ਦੇਵਾਂ। ਜੇ ਕਾਮ ਸਾਡੇ ਜੀਵਨ ਵਿੱਚ ਨਾ ਆਵੇ ਤਾਂ ਸੰਸਾਰ ਅਗਾਂਹ ਪੈਦਾ ਹੀ ਨਹੀਂ ਹੋ ਸਕਦਾ, ਦੁਨੀਆ ਅਗਾਂਹ ਪੈਦਾ ਹੀ ਨਹੀਂ ਹੋ ਸਕਦੀ। ਕਾਮ ਤੋਂ ਹੀ ਸੰਸਾਰ ਦੀ ਉਤਪਤੀ ਹੁੰਦੀ ਹੈ। ਪਰ ਜੇ ਕਾਮ ਅਯੋਗ ਤਰੀਕੇ ਨਾਲ ਵਰਤਿਆ ਜਾਏ ਤਾਂ ਫਿਰ ਇਹ ਸੰਸਾਰ ਦੇ ਵਿੱਚ ਦਰਿੰਦਗੀ, ਬਦਨਾਮੀ ਅਤੇ ਕਲੰਕਾਂ ਦਾ ਕੰਮ ਕਰਦਾ ਹੈ, ਜੋ ਕਿ ਤੁਸੀਂ ਸਮਾਜ ਵਿੱਚ ਵੇਖ ਰਹੇ ਹੋ। ਅੱਜ ਬੇਸ਼ਰਮੀ ਇੰਨੀ ਕੁ ਵੱਧ ਗਈ ਹੈ ਕਿ ਪਿਓ ਤੇ ਧੀ, ਭਰਾ ਅਤੇ ਭੈਣ ਜਾਂ ਹੋਰ ਜਿਹੜੇ ਇਹ ਬੜੇ ਪਿਆਰੇ ਪਿਆਰੇ ਰਿਸ਼ਤੇ ਨੇ
ਇਹ ਬਹੁਤ ਸਾਰੇ ਕਲੰਕਿਤ ਲੋਕ ਇਹਨਾਂ ਨੂੰ ਕਲੰਕਿਤ ਕਰੀ ਜਾ ਰਹੇ ਨੇ, ਕਿਉਂਕਿ ਇਹ ਜਿਹੜਾ ਜਜ਼ਬਾ ਹੈ ਨਾ, ਇਹਨੂੰ ਸਮਝਿਆ ਨਹੀਂ ਗਿਆ, ਇਹਨੂੰ ਕੰਟਰੋਲ 'ਚ ਨਹੀਂ ਰੱਖਿਆ ਗਿਆ। ਇਸੇ ਵਜ੍ਹਾ ਦੇ ਕਾਰਨ ਸਮਾਜ ਦੇ ਵਿੱਚ ਗੰਦਗੀ ਫੈਲ ਰਹੀ ਹੈ, ਛੋਟੀ ਛੋਟੀਆਂ ਬੱਚੀਆਂ ਨੂੰ ਵੀ ਲੋਕ ਬਖਸ਼ ਨਹੀਂ ਰਹੇ। ਔਰ ਸਤਿਗੁਰੂ ਜੀ ਨੇ ਤਾਂ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਹੈ। ਇਸ ਲਈ ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਜਾਂ ਸਤਿਗੁਰੂ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਮਹਾਰਾਜ ਨੇ ਕਿਤੇ ਵੀ ਨਹੀਂ ਕਿਹਾ ਵੀ ਸਿੱਖ ਨੂੰ ਆਨੰਦ ਨਹੀਂ ਕਰਨਾ ਚਾਹੀਦਾ। ਸਤਿਗੁਰੂ ਜੀ ਨੇ ਆਨੰਦ ਕਾਰਜ ਨੂੰ ਰੋਕਿਆ ਨਹੀਂ। ਵਿਆਹ ਦੀ ਪਰੰਪਰਾ ਨੂੰ ਬਹੁਤ ਸਾਰੇ ਲੋਕਾਂ ਨੇ ਰੋਕਿਆ ਸੀ, ਪਰ ਸਤਿਗੁਰੂ ਜੀ ਨੇ ਨਹੀਂ ਰੋਕਿਆ। ਇੱਕ ਚੀਜ਼ ਮੈਂ ਨਾਲ ਹੋਰ ਵੀ ਐਡ ਕਰ ਦਵਾਂ ਕਿ ਸਤਿਗੁਰੂ ਜੀ ਨੇ ਤਾਂ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੀ ਗੱਲ ਕੀਤੀ ਕਿ ਗ੍ਰਸਤੀ ਤੋਂ ਦੂਰ ਭੱਜਣ ਵਾਲਾ ਇਨਸਾਨ ਜਿਹੜਾ ਨਾ, ਉਹ ਰੱਬ ਨੂੰ ਪ੍ਰਵਾਨ ਨਹੀਂ ਹੋ ਸਕਦਾ। ਜਿਹੜੇ ਲੋਕ ਇਹ ਸੋਚਦੇ ਨੇ ਕਿ ਵਿਆਹ ਕਰਾਉਣ ਤੋਂ ਬਗੈਰ ਰੱਬ ਮਿਲ ਜਾਂਦਾ ਹੈ, ਨਹੀਂ ਕਰਾਉਣਾ ਚਾਹੀਦਾ, ਉਹ ਸਭ ਤੋਂ ਵੱਡੇ ਮਹਾਂਮੂਰਖ ਨੇ। ਬਹੁਤ ਸਾਰੇ ਡੇਰੇ ਨੇ ਜਿਨ੍ਹਾਂ ਦੇ ਵਿੱਚ ਇਹ ਅਸੂਲ ਬਣਾਏ ਗਏ ਨੇ ਕਿ ਇਸ ਡੇਰੇ ਦਾ ਜਿਹੜਾ ਮੁਖੀ ਹੈ ਉਹ ਆਨੰਦ ਕਾਰਜ ਨਹੀਂ ਕਰਵਾ ਸਕਦਾ, ਉਹ ਵਿਆਹ ਨਹੀਂ ਕਰਵਾ ਸਕਦਾ। ਜੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ ਤੇ ਸਾਨੂੰ ਇਹੋ ਜੀਆਂ ਜਿਹੜੇ ਨਿਯਮ ਨੇ ਜਾਂ ਰਹੁ ਰੀਤਾਂ ਨੇ ਇਹ ਨਹੀਂ ਬਣਾਉਣੀਆਂ ਚਾਹੀਦੀਆਂ। ਜੇਕਰ ਕੁਝ ਐਸਾ ਹੋ ਰਿਹਾ ਹੈ, ਜਿਹੜੇ ਆਪਣੇ ਆਪ ਨੂੰ ਬਾਲ ਬ੍ਰਹਮਚਾਰੀ ਖਵਾਉਂਦੇ ਨੇ, ਉਹ ਸਭ ਤੋਂ ਵੱਡੇ ਪਖੰਡੀ ਨੇ। ਉਹਨਾਂ ਦੀ ਬੈਕਗ੍ਰਾਉਂਡ ਪੜ੍ਹ ਕੇ ਵੇਖ ਲਿਓ, ਉਹਦੇ ਪਿੱਛੇ ਜਾ ਕੇ ਵੇਖ ਲਿਓ, ਅਸਲ ਦੇ ਵਿੱਚ ਉਹ ਕਾਲਾ ਮਾਲਾ ਹੀ ਚੱਲ ਰਿਹਾ ਹੁੰਦਾ ਹੈ। ਕਿਉਂਕਿ ਗੁਰਬਾਣੀ ਨੇ ਸਪਸ਼ਟ ਤੌਰ ਤੇ ਆਖਿਆ ਹੈ, ਯਤਨ ਕਰੈ ਬਿੰਦ ਕਿਵੇਂ ਨਾ ਰਹਾਈ। ਇਹ ਖੁਦ ਸਮਝਿਓ ਇਸ ਗੱਲ ਨੂੰ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਇਨਸਾਨ ਦਾ ਜਿਹੜਾ ਮਨ ਹੈ ਉਹ ਕੰਟਰੋਲ 'ਚ ਨਹੀਂ ਆਉਂਦਾ। ਪਖੰਡ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਕਰ ਲਓ। ਸੋ ਇਸੇ ਲਈ ਸਤਿਗੁਰੂ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਜਹਾਂਗੀਰ ਨਾਮ ਦੇ ਇੱਕ ਫਕੀਰ ਨੂੰ ਕਿਹਾ ਸੀ, ਔਰਤ ਈਮਾਨ ਹੈ। ਔਰਤ ਨੂੰ ਈਮਾਨ ਆਖਿਆ। ਗ੍ਰਸਤੀ ਇਨਸਾਨ ਜਿੱਥੇ ਆਪਣਾ ਘਰ-ਬਾਰ ਚਲਾਉਂਦਾ ਹੈ, ਨਾਲ ਦੀ ਨਾਲ ਉਹ ਇਮਾਨਦਾਰੀ ਨਾਲ ਆਪਣੀ ਕਿਰਤ-ਕਰ ਕਰਦਾ ਹੋਇਆ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਕਾਮ ਇਹ ਬਹੁਤ ਜ਼ਰੂਰੀ ਹੈ, ਪਰ ਇਹਨਾਂ ਨੂੰ ਆਪਾਂ ਕੰਟਰੋਲ 'ਚ ਵੀ ਰੱਖਣਾ ਹੈ, ਆਪਣੀਆਂ ਅੱਖਾਂ ਨੂੰ ਵੀ ਕੰਟਰੋਲ 'ਚ ਰੱਖਣਾ। ਫਿਰ ਆਉਂਦਾ ਕ੍ਰੋਧ। ਕ੍ਰੋਧ ਮਾੜਾ ਨਹੀਂ। ਤੁਹਾਡੇ ਨਾਲ ਕਿਤੇ ਵੀ ਧੱਕਾ ਹੁੰਦਾ ਹੈ, ਬੇਇਨਸਾਫੀ ਹੁੰਦੀ ਹੈ, ਤੁਹਾਡੇ ਤੇ ਜ਼ੁਲਮ ਹੁੰਦਾ ਹੈ ਤੇ ਤੁਹਾਡੇ ਅੰਦਰ ਇੱਕ ਜਜ਼ਬਾ ਪੈਦਾ ਹੁੰਦਾ ਹੈ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ, ਕਿਉਂ ਹੋਵੇ। ਅੱਜ ਇੰਡੀਆ ਦੀ ਗਵਰਨਮੈਂਟ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਤੇ ਕਿਸਾਨ ਸਾਰੇ ਇਕੱਠੇ ਹੋ ਗਏ ਨੇ, ਗੁੱਸੇ ਵਿੱਚ ਨੇ। ਇਹ ਚੀਜ਼ ਕਿੱਥੋਂ ਪੈਦਾ ਹੋਈ? ਕ੍ਰੋਧ ਤੋਂ। ਜੇ ਵਾਹਿਗੁਰੂ ਕ੍ਰੋਧ ਹੀ ਨਾ ਪਾਉਂਦਾ ਤੇ ਲੋਕ ਕਿਸੇ ਨੂੰ ਵੀ ਧੂਈ ਫਿਰਦੇ, ਜੋ ਮਰਜ਼ੀ ਹੋ ਜਾਂਦਾ। ਪਰ ਇਹ ਜਜ਼ਬਾ ਤੁਹਾਡੇ ਅੰਦਰ ਸਵੈਮਾਨ ਪੈਦਾ ਕਰਦਾ ਹੈ। ਨਹੀਂ, ਜਿੱਥੇ ਜ਼ੁਲਮ ਹੁੰਦਾ ਤੁਸੀਂ ਖੜੇ ਹੋ ਜਾਂਦੇ ਹੋ, ਤੁਸੀਂ ਧੱਕਾ ਨਹੀਂ ਸਹਾਰਦੇ ਹੋ, ਤੁਸੀਂ ਕਹਿੰਦੇ ਹੋ ਮੈਂ ਵੀ ਇਸ ਸੰਸਾਰ ਦਾ ਇੱਕ ਹਿੱਸਾ ਹਾਂ। ਤੁਸੀਂ ਵੀ ਇਹ ਗੱਲ ਕਹਿੰਦੇ ਹੋ ਕਿ ਮੇਰੀ ਵੀ ਕੋਈ ਇੱਜ਼ਤ ਹੈ, ਮੇਰਾ ਵੀ ਕੋਈ ਮਾਣ ਹੈ। ਪਰ ਇਹ ਸ਼ਬਦ ਪੈਦਾ ਕੌਣ ਕਰਦਾ ਹੈ? ਕ੍ਰੋਧ। ਪਰ ਇਹਨੂੰ ਸਹੀ ਤਰੀਕੇ ਨਾਲ ਵਰਤਣਾ ਹੈ। ਜਗ੍ਹਾ ਜਗ੍ਹਾ ਤੇ ਐਵੇਂ ਲੜਾਈਆਂ ਮੁੱਲ ਨਹੀਂ ਲੈਣੀਆਂ। ਫਿਰ ਆਉਂਦਾ ਕਾਮ, ਕ੍ਰੋਧ ਅਤੇ ਅਹੰਕਾਰ। ਅਹੰਕਾਰ ਜਿਹੜਾ ਹੈ ਉਹ ਤੁਹਾਡੇ ਅੰਦਰ ਇੱਕ ਬੜੀ ਪਿਆਰੀ ਚੀਜ਼ ਪੈਦਾ ਕਰਦਾ ਹੈ, ਸਿਰ ਉੱਚਾ ਕਰਕੇ ਚੱਲਣਾ। ਹੰਕਾਰ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਅਮੀਰ ਹੋ ਗਏ ਹੋ ਤੇ ਕਿਸੇ ਵੀ ਗਰੀਬ ਨੂੰ ਜਿਹੜਾ ਤੁਸੀਂ ਧੂਈ ਫਿਰੋ ਜਾਂ ਉਹਦੇ ਨਾਲ ਬਦਸਲੂਕੀ ਕਰੋ ਜਾਂ ਆਪਣੇ ਆਪ ਨੂੰ ਜ਼ਿਆਦਾ ਹੀ ਮਹਾਨ ਸਮਝਣਾ ਸ਼ੁਰੂ ਕਰਦੇ ਹੋ। ਹੰਕਾਰ ਸਵੈ-ਮਾਨਤਾ ਪੈਦਾ ਕਰਦਾ ਹੈ, ਸੰਸਾਰ ਵਿੱਚ ਸਿਰ ਉੱਚਾ ਕਰਕੇ ਚੱਲਣ ਦੀ ਤੁਹਾਨੂੰ ਜਾਚ ਸਿਖਾਉਂਦਾ ਹੈ। ਇਹ ਵੀ ਬਹੁਤ ਜ਼ਰੂਰੀ ਹੈ, ਪਰ ਇਹਦਾ ਦੁਰਉਪਯੋਗ ਨਹੀਂ ਕਰਨਾ। ਕਾਮ, ਕ੍ਰੋਧ, ਅਹੰਕਾਰ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਹੁਣ ਰਹਿ ਗਏ ਲੋਭ ਅਤੇ ਮੋਹ। ਜਿਹੜਾ ਲੋਭ ਹੈ ਉਹਦੇ ਤੋਂ ਬਗੈਰ ਤੁਸੀਂ ਜੌਬ ਨਹੀਂ ਕਰ ਸਕਦੇ। ਅੱਜ ਅਸੀਂ ਵਿਦੇਸ਼ਾਂ 'ਚ ਬੈਠੇ ਹਾਂ, ਕਿਹਨਾਂ ਵਾਸਤੇ? ਪਰਿਵਾਰਾਂ ਵਾਸਤੇ। ਤੁਸੀਂ ਬਾਹਰ ਅੰਦਰ ਜਾਂਦੇ ਹੋ ਪਰਿਵਾਰਾਂ ਵਾਸਤੇ। ਬਗੈਰ ਲੋਭ ਤੋਂ ਕੋਈ ਜੌਬ ਹੁੰਦੀ ਨਹੀਂ, ਬਗੈਰ ਲੋਭ ਤੋਂ ਕੋਈ ਕੰਮ ਹੁੰਦਾ ਨਹੀਂ। ਲੋਭ ਬਹੁਤ ਜ਼ਰੂਰੀ ਹੈ, ਉਹਦੇ ਨਾਲ ਹੀ ਸੰਸਾਰ ਚੱਲ ਰਿਹਾ ਹੈ। ਪਰ ਹਾਂ, ਲੋਭ ਤਦ ਮਾੜਾ ਹੈ। ਸਤਿਗੁਰੂ ਨੇ ਇੱਕ ਜਗ੍ਹਾ ਤੇ ਬੜੇ ਪਿਆਰੇ ਸ਼ਬਦ ਵਰਤੇ ਨੇ। ਸਤਿਗੁਰੂ ਜੀ ਨੇ ਆਪਣੀ ਪਾਵਨ ਬਾਣੀ ਵਿੱਚ ਇੱਕ ਜਗ੍ਹਾ ਤੇ ਬਹੁਤ ਸੋਹਣਾ ਲਿਖਿਆ ਹੈ, ਲਾਲਚ ਛੋਡੋ ਅੰਧਿਓ ਲਾਲਚ ਦੁੱਖ ਭਾਰੀ। ਜੇ ਲੋਭ ਲਾਲਚ ਨੂੰ ਜਨਮ ਦੇਵੇ, ਇਨਸਾਨ ਅੰਨਾ ਹੋ ਜਾਵੇ, ਨਾ ਗਰੀਬ ਦੇਖੇ ਨਾ ਕੋਈ ਲੋੜਵੰਦ ਦੇਖੇ, ਸਭਨਾਂ ਨੂੰ ਹੀ ਰਗੜਾ ਚੜੀ ਜਾਏ, ਬੇਈਮਾਨੀ ਕਰਨ ਤੇ ਉਤਰ ਆਵੇ, ਆਪਣਾ ਘਰ ਭਰਨ ਤੇ ਉਤਰ ਆਵੇ, ਐਸਾ ਇਨਸਾਨ ਗਲਤ ਹੈ, ਉਹਦਾ ਲੋਭ ਗਲਤ ਹੈ। ਪਰ ਜੇਕਰ ਲੋਭ ਦੇ ਕਾਰਨ ਤੁਸੀਂ ਆਪਣਾ ਕੰਮ ਕਰਦੇ ਹੋ, ਇਮਾਨਦਾਰੀ ਨਾਲ ਪਰਿਵਾਰ ਪਾਲ ਰਹੇ ਹੋ, ਦੁਨੀਆ ਲਈ ਵੀ ਚੰਗਾ ਕਰ ਰਹੇ ਹੋ, ਤਾਂ ਉਹ ਬਹੁਤ ਭਲਾ ਹੈ। ਫਿਰ ਆਉਂਦਾ ਮੋਹ। ਮੋਹ ਤੋਂ ਬਗੈਰ ਦੁਨੀਆ ਚੱਲਦੀ ਨਹੀਂ। ਮੋਹ ਹੀ ਸਾਨੂੰ ਸਾਰੇ ਰਿਸ਼ਤਿਆਂ ਨਾਲ ਬੰਨ੍ਹ ਕੇ ਰੱਖਦਾ ਹੈ। ਮਾਂ ਆਪਣੇ ਬੱਚੇ ਨੂੰ ਪਾਲਦੀ ਹੈ, ਪਿਤਾ ਆਪਣੀ ਧੀ ਨੂੰ ਪਿਆਰ ਕਰਦਾ ਹੈ, ਖੂਨ ਦੇ ਰਿਸ਼ਤੇ ਬਣੇ ਰਹਿੰਦੇ ਨੇ। ਮੋਹ ਹੈ ਜਿਹੜਾ ਸਾਨੂੰ
ਇੱਕ ਦੂਜੇ ਨਾਲ ਕਨੈਕਟ ਕਰਕੇ ਰੱਖਦਾ ਹੈ। ਪਰ ਇਹ ਤਦ ਮਾੜਾ ਹੈ ਜਦੋਂ ਅਸੀਂ ਕੇਵਲ ਆਪਣੇ ਬੱਚਿਆਂ ਜਾਂ ਆਪਣੀ ਫੈਮਿਲੀ ਤੱਕ ਸੀਮਤ ਹੋ ਜਾਂਦੇ ਹਾਂ ਤੇ ਸਾਨੂੰ ਦੁਨੀਆ ਦਾ ਦੁੱਖ ਦਰਦ ਜਾਂ ਰੋਣਾ ਦਿਖਾਈ ਨਾ ਦੇਵੇ। ਸੋ ਇਹ ਪੰਜੇ ਹੀ ਜਿਹੜੇ ਜਿਹਨਾਂ ਆਪਾਂ ਵਿਕਾਰ ਕਹਿੰਦੇ ਆ, ਵਿਕਾਰ ਤਾਂ ਬਣਦੇ ਨੇ ਜਦੋਂ ਅਸੀਂ ਇਹਨਾਂ ਦਾ ਦੁਰਉਪਯੋਗ ਕਰਦੇ ਹਾਂ। ਇਹ ਗੁਣ ਹੈ, ਇਹਨਾਂ ਦੀ ਸਹੀ ਵਰਤੋਂ ਕਰਨੀ ਇਨਸਾਨ ਦੇ ਆਪਣੇ ਹੱਥ ਵਿੱਚ ਹੈ। ਅਰਦਾਸ ਕਰੋ ਮਾਲਕ ਦੇ ਪਾਵਨ ਚਰਨਾਂ ਵਿੱਚ ਕਿ ਸਾਨੂੰ ਇੰਨੀ ਕੁ ਬੁੱਧੀ ਬਖਸ਼ ਮਾਲਕ ਕਿ ਅਸੀਂ ਇਹਨਾਂ ਦੀ ਯੋਗ ਵਰਤੋਂ ਕਰੀਏ। ਉਸ ਤੋਂ ਬਾਅਦ ਅੱਗੇ ਸ਼ੁਰੂ ਹੁੰਦੀ ਹੈ ਜੀ ਅਸ਼ਟਪਦੀ। ਅਸ਼ਟਪਦੀ ਦਾ ਮਤਲਬ ਹੈ 8 ਪਦਿਆਂ ਵਾਲੀ। ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ। ਹੁਣ ਸਤਿਗੁਰੂ ਜੀ ਯਾਦ ਕਰਾਉਂਦੇ ਨੇ ਬੰਦੇ ਨੂੰ ਕਿ ਬੰਦਿਆ ਤੂੰ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ 36 ਪ੍ਰਕਾਰ ਦੇ ਭੋਜਨ ਪਦਾਰਥ ਖਾਨਾ, ਭਾਵ ਕਿ ਕਈ ਪ੍ਰਕਾਰ ਦੇ ਭੋਜਨ ਖਾਣ ਨੂੰ ਤੈਨੂੰ ਨਿਤ ਮਿਲਦੇ ਨੇ। ਇਹ ਕਿੱਥੋਂ ਪੈਦਾ ਹੋ ਰਹੇ ਨੇ? ਕਿੰਨੇ ਪੈਦਾ ਕੀਤੇ ਨੇ? ਜਿਨੇ ਪੈਦਾ ਕੀਤੇ ਨੇ ਉਹਦੇ ਲਈ ਸ਼ਬਦ ਵਰਤੇ ਨੇ ਜਿਹੇ ਪ੍ਰਸਾਦ, ਜਿਹਦੀ ਕਿਰਪਾ ਨਾਲ, ਭਾਵ ਅਕਾਲ ਪੁਰਖ ਵਾਹਿਗੁਰੂ ਦੀ ਦਇਆ ਤੇ ਉਹਦੀ ਕਿਰਪਾ ਨਾਲ ਹੀ ਇਹ ਬੰਦੇ ਤੂੰ ਕਈ ਪ੍ਰਕਾਰ ਦੇ ਸਵਾਦਲੇ ਭੋਜਨ ਰੋਜ਼ ਖਾਨਾ ਹੈ। ਉਹ ਪੈਦਾ ਕਰਨ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੈ ਤੇ ਤੇਰੇ ਅੰਦਰ ਲੰਘਾਉਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਹੈ। ਇਹ ਜੇ ਦੇਹ ਹੀ ਨਾ ਤੈਨੂੰ ਵਾਹਿਗੁਰੂ ਦਿੰਦਾ, ਦੰਦ ਨਾ ਦਿੰਦਾ, ਜ਼ੁਬਾਨ ਉੱਤੇ ਸਵਾਦ ਹੀ ਨਾ ਪੈਦਾ ਕਰਦਾ ਤੇ ਤੂੰ ਕੀ ਕਰ ਸਕਦਾ? ਸੋ ਇਹ ਜਿੰਨਾ ਕੁਝ ਵੀ ਸੰਸਾਰ ਵਿੱਚ ਦਿਸਦਾ ਹੈ ਨਾ, ਇਹ ਸਾਰਾ ਕੁਝ ਨਿਰੰਕਾਰ ਨੇ ਪੈਦਾ ਕੀਤਾ ਹੈ, ਵਾਹਿਗੁਰੂ ਜੀ ਨੇ ਹੀ ਪੈਦਾ ਕੀਤਾ ਹੈ। ਇਸ ਲਈ ਤੂੰ ਉਹਨੂੰ ਕਦੇ ਨਾ ਭੁੱਲ ਜਿਹਦੀ ਕਿਰਪਾ ਦੇ ਨਾਲ ਤੈਨੂੰ ਰਾਤ ਦਿਨ ਚੰਗੇ ਚੰਗੇ ਭੋਜਨ ਪਦਾਰਥ ਖਾਣ ਨੂੰ ਮਿਲ ਰਹੇ ਨੇ। ਤਿਸ ਠਾਕੁਰ ਕਹੋ, ਉਸ ਵਾਹਿਗੁਰੂ ਨੂੰ, ਉਸ ਮਾਲਕ ਨੂੰ ਰੱਖ ਮਨ ਮਾਹੇ, ਆਪਣੇ ਮਨ ਦੇ ਵਿੱਚ ਰੱਖ। ਹੁਣ ਗੁਰੂ ਅਰਜਨ ਸਾਹਿਬ ਨੂੰ ਇਹ ਗੱਲ ਕਿਉਂ ਕਹਿਣੀ ਪਈ ਭਾਈ? ਇਸ ਲਈ ਕਿਉਂਕਿ ਬੰਦਾ ਨਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਚੁੱਕਾ ਹੈ। ਯਾਦ ਰੱਖਿਓ, ਜਿਸ ਧਰਤੀ ਤੇ ਆਪਾਂ ਜਿਉ ਰਹੇ ਹਾਂ ਨਾ, ਇਸ ਧਰਤੀ ਨੂੰ ਵਾਹਿਗੁਰੂ ਨੇ ਹੀ ਬਣਾਇਆ। ਅਸੀਂ ਜਪਜੀ ਸਾਹਿਬ ਦੀ ਵਿਆਖਿਆ ਕਰਕੇ ਆਏ ਹਾਂ, ਉਹਦੇ ਵਿੱਚ ਸਤਿਗੁਰੂ ਜੀ ਨੇ ਇੱਕ ਜਗ੍ਹਾ ਤੇ ਲਿਖਿਆ ਰਾਤੀ ਰੁੱਤੀ ਥਿੱਤੀ ਵਾਰ। ਕਈ ਰਾਤਾਂ, ਕਈ ਰੁੱਤਾਂ, ਕਈ ਥਿੱਤਾਂ, ਕਈ ਵਾਰ। ਰਾਤੀ ਰੁੱਤੀ ਥਿੱਤੀ ਵਾਰ, ਇਹ ਸਾਰੇ ਰੰਗ ਬਰੰਗੇ ਜਿਹੜੇ ਨੇ ਸੁਹਾਵਣੇ ਜੇ ਮੌਸਮ, ਇਹ ਸਾਰੇ ਰੰਗ ਬਰੰਗੇ ਸੁਹਾਵਣੇ ਮੌਸਮ, ਪਿਆਰੀਆਂ ਪਿਆਰੀਆਂ ਰਾਤਾਂ, ਸੋਹਣੀਆਂ ਸੋਹਣੀਆਂ ਰੁੱਤਾਂ ਅਕਾਲ ਪੁਰਖ ਵਾਹਿਗੁਰੂ ਨੇ ਕਿਹਦੇ ਲਈ ਪੈਦਾ ਕੀਤੀਆਂ? ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ, ਪਵਨ ਭਾਵ ਹਵਾ ਪਾਣੀ, ਅਗਨੀ ਅੱਗ, ਪਾਤਾਲ ਪਤਾਲ ਲੋਕ ਭਾਵ ਧਰਤੀ ਦਾ ਹੇਠਲਾ ਹਿੱਸਾ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਮਾਲਕ ਨੇ ਨਾ ਇਹ ਸੁਹਾਵਣਾ ਜਿਹਾ ਸਿਸਟਮ ਤਿਆਰ ਕਰਕੇ ਉਹਦੇ ਵਿਚਕਾਰ ਧਰਤੀ ਨੂੰ ਰੱਖਿਆ ਤੇ ਧਰਤੀ ਨੂੰ ਕੀ ਬਣਾਇਆ? ਧਰਮਸ਼ਾਲ, ਧਰਮ ਕਮਾਉਣ ਵਾਲੀ ਸੁੰਦਰ ਜਗ੍ਹਾ। ਭਲਿਓ ਇਹ ਕਰਤਾਰ ਨੇ ਪੈਦਾ ਕੀਤੀ ਹੈ। ਗੁਰੂ ਨਾਨਕ ਸਾਹਿਬ ਨੇ ਫਿਰ ਲਿਖਿਆ ਜੀ ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕੱਲੀ ਇਸ ਧਰਤੀ ਦੀ ਗੱਲ ਨਹੀਂ, ਪੂਰੇ ਬ੍ਰਹਿਮੰਡ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੇ ਤੇਰੇ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ। ਉਹਦੇ ਭੰਡਾਰ ਹਰ ਇੱਕ ਜਗ੍ਹਾ ਤੇ ਮੌਜੂਦ ਨੇ ਤੇ ਮਾਲਕ ਜੀ ਕਹਿੰਦੇ ਨੇ ਜੋ ਕਿਛ ਪਾਇਆ, ਜੋ ਕੁਝ ਵੀ ਪ੍ਰਮਾਤਮਾ ਨੇ ਇਸ ਲਈ ਤੇਰੇ ਲਈ ਪੈਦਾ ਕੀਤਾ ਹੈ, ਏਕਾ ਵਾਰ, ਇੱਕੋ ਵਾਰੀ ਹੀ ਪੈਦਾ ਕਰ ਦਿੱਤਾ, ਲੇਕਿਨ ਤੇਰੇ ਲਈ ਪੈਦਾ ਕੀਤਾ ਵੀ ਤੂੰ ਪ੍ਰੋਬਲਮ ਦੇ ਵਿੱਚ ਨਾ ਹੋਵੇ। ਹਵਾ ਮਿਲ ਰਹੀ ਨਾ ਸਾਨੂੰ, ਆਕਸੀਜਨ ਖੁੱਲੀ ਮਿਲ ਰਹੀ ਹੈ, ਅਸੀਂ ਕੁਝ ਪੇ ਕਰਦੇ ਹਾਂ ਆਕਸੀਜਨ ਦੇ ਲਈ। ਪਾਣੀ ਮਿਲ ਰਿਹਾ, ਹਵਾ ਮਿਲ ਰਹੀ, ਅੱਗ ਮਿਲ ਰਹੀ, ਹਰ ਇੱਕ ਚੀਜ਼ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੈਦਾ ਕੀਤੀ। ਉਹ ਗੱਲ ਵੱਖਰੀ ਹੈ ਕਿ ਬੰਦੇ ਨੇ ਬਾਅਦ ਵਿੱਚ ਬਿਜ਼ਨਸ ਤਿਆਰ ਕੀਤੇ ਨੇ ਆਪਣੇ ਆਪਣੇ ਤਰੀਕੇ ਨਾਲ। ਪਾਣੀ ਵੇਚ ਰਹੇ ਆ, ਆਕਸੀਜਨ ਵੀ ਵੇਚ ਰਹੇ ਆ, ਕਈ ਚੀਜ਼ਾਂ ਵੇਚ ਰਹੇ ਆ, ਪਰ ਨਿਰੰਕਾਰ ਨੇ ਤਾਂ ਫ੍ਰੀ 'ਚ ਹੀ ਧਰਤੀ 'ਚ ਪੈਦਾ ਕੀਤੀਆਂ ਨਾ। ਧਰਤੀ 'ਚੋਂ ਸੋਨਾ ਨਿਕਲ ਰਿਹਾ ਹੈ, ਚਾਂਦੀ ਨਿਕਲ ਰਹੀ ਹੈ, ਹੀਰੇ ਜਵਾਹਰਾਤ ਨਿਕਲ ਰਹੇ ਨੇ। ਉਹ ਮਾਲਕ ਨੇ ਤੇਰੇ ਖਾਣ ਲਈ ਵੀ ਕਿੰਨੀਆਂ ਚੀਜ਼ਾਂ ਪੈਦਾ ਕੀਤੀਆਂ, ਕਿੰਨੇ ਸੋਹਣੇ ਸੋਹਣੇ ਫਲ ਫਰੂਟ ਧਰਤੀ 'ਚੋਂ ਹੀ ਨਿਕਲਦੇ ਨੇ, ਸਬਜ਼ੀਆਂ ਧਰਤੀ 'ਚੋਂ ਹੀ ਨਿਕਲਦੀਆਂ ਨੇ। ਵਾਹਿਗੁਰੂ ਦਾ ਕੇਵਲ ਸ਼ੁਕਰ ਕਰਨਾ ਹੈ, ਆਪਾਂ ਧੰਨਵਾਦ ਹੀ ਕਰਨਾ ਹੈ। ਇਹ ਤਾਂ ਕੋਈ ਵੱਡਾ ਕੰਮ ਨਹੀਂ ਨਾ, ਉਹਦਾ ਸ਼ੁਕਰਾਨਾ ਕਰਨਾ ਕੋਈ ਵੱਡਾ ਕੰਮ ਨਹੀਂ। ਸੋ ਸਤਿਗੁਰੂ ਜੀ ਨੇ ਕਿਹਾ ਬੰਦੇ ਅੱਖ ਪੁੱਟ ਕੇ ਵੇਖ, ਤੇਰੇ ਲਈ ਇੰਨਾ ਕੁਝ ਕਰਨ ਵਾਲਾ ਉਹ ਨਿਰੰਕਾਰ, ਤੂੰ ਉਹਨੂੰ ਕਿਉਂ ਭੁੱਲ ਚੁੱਕਾ ਹੈ? ਉਹਨੂੰ ਆਪਣੇ ਮਨ ਵਿੱਚ ਰੱਖ। ਜੈ ਪ੍ਰਸਾਦ ਸੁਗੰਧਤ ਤਨ ਲਾਵੇਂ, ਜਿਹਦੀ ਕਿਰਪਾ ਨਾਲ ਤੂੰ ਆਪਣੇ ਸਰੀਰ ਨੂੰ ਸੁਗੰਧਤ ਰੱਖਦਾ ਹੈ। ਵੀ ਮੈਂ ਜਦੋਂ ਆਪਣੇ ਘਰ ਚੋਂ ਬਾਹਰ ਨਿਕਲਾਂ ਨਾ, ਮੇਰੇ ਤੋਂ ਪਸੀਨੇ ਦੀ ਬਦਬੂ ਨਾ ਆਵੇ, ਮੇਰੀ ਚਮੜੀ ਦੀ ਬਦਬੂ ਨਾ ਆਵੇ, ਇਸ ਲਈ ਕਈ ਪ੍ਰਕਾਰ ਦੀਆਂ ਸੁਗੰਧੀਆਂ ਲਾਉਣਾ ਹੈ। ਜੇ ਸਰੀਰ ਨੂੰ ਸੁਗੰਧਤ ਰੱਖ ਰਿਹਾ ਹੈ, ਭਾਵ ਜੇ ਸਰੀਰ ਨੂੰ ਸਜਾ ਰਿਹਾ ਤੂੰ, ਸੋਹਣਾ ਸਜਾ ਰਿਹਾ, ਸੋਹਣਾ ਬਣਾ ਰਿਹਾ, ਵੀ ਲੋਕ ਮੈਨੂੰ ਪਿਆਰ ਕਰਨ, ਚੰਗਾ ਲੱਗਾ ਮੈਂ ਲੋਕਾਂ ਦੇ ਵਿੱਚ ਜਾ ਕੇ,
ਇਹ ਵੀ ਉਹਦੀ ਹੀ ਦਇਆ ਹੈ। ਨਹੀਂ ਤਾਂ ਦਿਨ ਜਦੋਂ ਬਦਲਦੇ ਨੇ, ਟਾਈਮ ਜਦੋਂ ਬਦਲਦਾ ਹੈ ਤੇ ਪਤਾ ਨਹੀਂ ਲੱਗਦਾ ਬੰਦਿਆ। ਤਿਸ ਕਉ ਸਿਮਰਤ, ਉਸ ਨੂੰ ਸਿਮਰ, ਪਰਮ ਗਤ ਪਾਵੇਂ। ਆ ਕੱਲੀਆਂ ਸੁਗੰਧੀਆਂ ਦੀ ਗੱਲ ਕਰਦਾ ਵੀ ਲੋਕ ਮੈਨੂੰ ਪਿਆਰ ਕਰਨ, ਲੋਕ ਮੈਨੂੰ ਚੰਗਾ ਸਮਝਣ, ਵੀ ਵਧੀਆ ਬੰਦਾ ਪਰਸਨੈਲਿਟਡ ਆ, ਵੀ ਤੋਂ ਚੰਗੀਆਂ ਸੁਗੰਧੀਆਂ ਆਉਂਦੀਆਂ ਨੇ, ਵਧੀਆ ਪਰਫਿਊਮ ਲਗਾ ਕੇ ਰੱਖਦਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਤਾਂ ਬੜੀ ਛੋਟੀ ਜੀ ਗੱਲ ਹੈ ਜਿਹੜੀ ਤੂੰ ਕਰਦਾ ਹੈ ਬੰਦਿਆ। ਜੇ ਉਹਨੂੰ ਤੂੰ ਸਿਮਰੇਗਾ, ਉਹਨੂੰ ਯਾਦ ਕਰੇਗਾ ਨਾ, ਪਰਮ ਗਤ ਪਾਵੇਂ, ਤੈਨੂੰ ਵਾਹਿਗੁਰੂ ਹੋਰ ਉੱਚਾ ਬਣਾ ਦੇਗਾ, ਤੇਰੀ ਅਵਸਥਾ ਹੀ ਉੱਚੀ ਕਰ ਦੇਗਾ, ਬੜਾ ਉੱਚਾ ਲੈ ਕੇ ਜਾਏਗਾ ਤੈਨੂੰ। ਬਸ ਤੈਨੂੰ ਉਸ ਮਾਲਕ ਤੇ, ਉਸ ਵਾਹਿਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ। ਮੈਨੂੰ ਭਗਤ ਰਵਿਦਾਸ ਸਾਹਿਬ ਜੀ ਯਾਦ ਆ ਗਏ। ਭਗਤ ਰਵਿਦਾਸ ਸਾਹਿਬ ਜਿਨ੍ਹਾਂ ਨੂੰ ਲੋਕ ਚਮਾਰ ਚਮਾਰ ਕਹਿੰਦੇ ਹੁੰਦੇ ਸੀ, ਲੇਕਿਨ ਮੈਂ ਜਦੋਂ ਗੁਰੂ ਅਰਜਨ ਸਾਹਿਬ ਨੂੰ ਪੜ੍ਹਦਾ ਨਾ, ਤੇ ਗੁਰੂ ਅਰਜਨ ਸਾਹਿਬ ਨੇ ਬੜੀ ਸੋਹਣੀ ਇੱਕ ਗੱਲ ਆਖੀ ਹੈ, ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਬਾਬਾ ਰਵਿਦਾਸ ਸਾਹਿਬ ਚਮੜੇ ਦਾ ਕੰਮ ਕਰਦੇ ਹੁੰਦੇ ਸੀ। ਰਵਿਦਾਸ ਢੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਜਦੋਂ ਵਾਹਿਗੁਰੂ ਨੇ ਕਿਰਪਾ ਕੀਤੀ ਨਾ, ਤੇ ਵੇਖੋ ਵਾਹਿਗੁਰੂ ਨੇ ਆਪਣੇ ਵਰਗਾ ਹੀ ਬਣਾ ਲਿਆ। ਅੱਜ ਲੱਖਾਂ ਲੋਕਾਂ ਨੂੰ ਭਗਤ ਰਵਿਦਾਸ ਸਾਹਿਬ, ਬਾਬਾ ਰਵਿਦਾਸ ਸਾਹਿਬ ਆਤਮਿਕ ਆਨੰਦ ਆਪਣੀ ਬਾਣੀ ਦੇ ਥਰੂ ਵੰਡ ਰਹੇ ਨੇ, ਔਰ ਉਹਨਾਂ ਦੀ ਬਾਣੀ ਨੂੰ ਗਾ ਗਾ ਕੇ, ਸਮਝਾ ਸਮਝਾ ਕੇ, ਪਤਾ ਨਹੀਂ ਕਿੰਨੇ ਕੁ ਲੋਕ ਨੇ ਜਿਹੜੇ ਆਪੋ ਆਪਣੇ ਢਿੱਡ ਪਾਲ ਰਹੇ ਨੇ, ਪਰਿਵਾਰ ਪਾਲ ਰਹੇ ਨੇ। ਇਹ ਬਾਣੀ ਦਾ ਹੀ ਪ੍ਰਤਾਪ ਹੈ। ਭਗਤ ਰਵਿਦਾਸ ਸਾਹਿਬ ਨੇ ਖੁਦ ਵੀ ਇੱਕ ਜਗ੍ਹਾ ਤੇ ਲਿਖਿਆ ਹੈ ਕਿ ਮੇਰੇ ਗੋਬਿੰਦ ਨੇ, ਮੇਰੇ ਵਾਹਿਗੁਰੂ ਨੇ ਨਾ ਬਹੁਤ ਉੱਚਾ ਕਰ ਦਿੱਤਾ ਮੈਨੂੰ, ਨੀਚੋਂ ਊਚ ਕਰੇ ਮੇਰਾ ਗੋਬਿੰਦ। ਮੇਰੇ ਗੋਬਿੰਦ ਨੇ ਮੈਨੂੰ ਨਾ ਨੀਚ ਨੂੰ ਉੱਚਾ ਦਰਜਾ ਦੇ ਦਿੱਤਾ। ਉਹ ਤੂੰ ਛੋਟੀਆਂ ਛੋਟੀਆਂ ਗੱਲਾਂ ਕਰਕੇ ਇਹ ਸੋਚਦਾ ਵੀ ਲੋਕਾਂ 'ਚ ਮੇਰਾ ਮਾਣ ਸਤਿਕਾਰ ਵਧੇ। ਜੇ ਉਹਨੂੰ ਤੂੰ ਸਿਮਰੇਗਾ, ਯਾਦ ਰੱਖੇਗਾ, ਤੇ ਵਾਹਿਗੁਰੂ ਨੇ ਪਤਾ ਨਹੀਂ ਤੈਨੂੰ ਕਿੱਥੋਂ ਦਾ ਕਿੱਥੇ ਲੈ ਜਾਣਾ, ਕਿੱਥੇ ਅਪੜਾ ਦੇਣਾ। ਸਤਿਗੁਰ ਕਹਿੰਦੇ ਜੈ ਪ੍ਰਸਾਦ ਬਸੇ ਸੁਖ ਮੰਦਰ। ਤੂੰ ਜਿਨ੍ਹਾਂ ਘਰਾਂ ਦੇ ਵਿੱਚ ਵਸਦਾ ਹੈ, ਸੁਖੀ ਰਹਿ ਰਿਹਾ ਹੈ, ਜਿਨ੍ਹਾਂ ਘਰਾਂ 'ਚ ਰਹਿ ਕੇ ਸੁੱਖ ਮਹਿਸੂਸ ਕਰਦਾ, ਤੈਨੂੰ ਚੰਗਾ ਲੱਗਦਾ, ਹਾਂ ਮੈਂ ਆਪਣੇ ਘਰ ਵਿੱਚ ਆ ਗਿਆ। ਆਪਾਂ ਕਹਿੰਦੇ ਨਾ, ਸੱਚੇ ਪਾਤਸ਼ਾਹ ਤੇਰਾ ਧੰਨਵਾਦ, ਮੈਂ ਆਪਣੇ ਘਰ ਵਿੱਚ ਆ ਗਿਆ, ਮੈਨੂੰ ਸੁੱਖ ਦਾ ਸਾਹ ਆਇਆ। ਆਪਣੇ ਘਰ ਵਿੱਚ ਆ ਕੇ ਨਾ ਮੈਨੂੰ ਸੁੱਖ ਦਾ ਸਾਹ ਆਇਆ। ਪਰ ਉਹ ਘਰ ਕਿਹਦੀ ਕਿਰਪਾ ਨਾਲ ਮਿਲੇ ਤੈਨੂੰ? ਸਤਿਗੁਰੂ ਕਹਿੰਦੇ ਜਿਹੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਬਸ ਉਸ ਵਾਹਿਗੁਰੂ ਨੂੰ ਆਪਣੇ ਮਨ ਦੇ ਅੰਦਰ ਸਿਮਰਨਾ ਹੈ, ਉਹਨੂੰ ਭੁੱਲਣਾ ਨਹੀਂ। ਜਦੋਂ ਤੈਨੂੰ ਪਹਿਨਣ ਨੂੰ ਚੰਗੇ ਕੱਪੜੇ ਮਿਲਣ, ਵਾਹਿਗੁਰੂ ਦਾ ਧੰਨਵਾਦ ਕਰ। ਰਹਿਣ ਨੂੰ ਚੰਗਾ ਘਰ ਮਿਲਿਆ, ਵਾਹਿਗੁਰੂ ਦਾ ਧੰਨਵਾਦ ਕਰ। ਦੁਨੀਆ ਵਿੱਚ ਇੱਜ਼ਤ ਮਿਲੀ ਹੈ, ਵਾਹਿਗੁਰੂ ਦਾ ਧੰਨਵਾਦ ਕਰ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ। ਜਿਹਦੀ ਕਿਰਪਾ ਨਾਲ ਆਪਣੇ ਘਰ ਦੇ ਵਿੱਚ ਤੇ ਆਪਣੇ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੈ, ਸੁਖੀ ਵਸ ਰਹੇ ਹੈ। ਆਠ ਪੈਰ ਸਿਮਰੋ ਤਿਸ ਰਸਨਾ। ਉਸ ਨੂੰ ਆਪਣੀ ਜ਼ੁਬਾਨ ਨਾਲ, ਆਪਣੀ ਰਸਨਾ ਨਾਲ ਅੱਠੇ ਪੈਰ ਸਿਮਰ। ਇਹ ਕਹਿ ਵਾਹਿਗੁਰੂ ਤੇਰਾ ਸ਼ੁਕਰ ਹੈ ਦਾਤਿਆ, ਮੇਰੇ ਘਰ ਵਿੱਚ ਸੁਖ ਸ਼ਾਂਤੀ ਹੈ। ਤੇਰਾ ਸ਼ੁਕਰ ਹੈ ਦਾਤਿਆ, ਮੇਰੇ ਘਰ ਦੇ ਵਿੱਚ ਮੁਹੱਬਤ ਹੈ, ਪਿਆਰ ਹੈ। ਮੇਰੇ ਘਰ ਵਿੱਚ ਕਲੇਸ਼ ਨਹੀਂ ਹੈ, ਲੜਾਈ ਨਹੀਂ ਹੈ, ਝਗੜਾ ਨਹੀਂ ਹੈ। ਤੇਰਾ ਸ਼ੁਕਰ ਹੈ ਦਾਤਿਆ, ਮੈਂ ਤੇਰੀ ਕਿਰਪਾ ਨਾਲ ਵਧੀਆ ਜੀਉ ਰਿਹਾ। ਤੇਰਾ ਸ਼ੁਕਰ ਹੈ ਦਾਤਿਆ, ਮੈਨੂੰ ਮਾਣ ਇੱਜ਼ਤ ਦਿੱਤਾ ਹੈ। ਜਦੋਂ ਮੈਂ ਬਾਹਰ ਨਿਕਲਦਾ ਨਾ ਦਾਤਿਆ, ਤੇਰਾ ਸ਼ੁਕਰ ਹੈ ਕਿ ਲੋਕ ਮੈਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ, ਇੱਜ਼ਤ ਮਾਣ ਮਿਲਦਾ ਹੈ। ਇਹ ਸ਼ੁਕਰਾਨਾ ਹੈ, ਜਦੋਂ ਕਰੋਗੇ ਤੁਹਾਡਾ ਅੰਦਰੋਂ ਬਾਹਰੋਂ ਪਾਕ ਪਵਿੱਤਰ ਹੋ ਜਾਏਗਾ। ਆਠ ਪਹਿਰ ਸਿਮਰੋ ਤਿਸ ਰਸਨਾ। ਬਸ ਉਹਨੂੰ ਅੱਠੇ ਪੈਰ ਯਾਦ ਰੱਖ ਬੰਦਿਆ। ਜਿਹੇ ਪ੍ਰਸਾਦ ਰੰਗ ਰਸ ਭੋਗ, ਜਿਹਦੀ ਕਿਰਪਾ ਦੇ ਨਾਲ ਸਾਰੇ ਰੰਗ, ਸਾਰੇ ਆਨੰਦ ਮਾਣ ਰਹੇ ਹੈ। ਸਭ ਕੁਝ ਤੈਨੂੰ ਮਾਣਨ ਲਈ ਮਿਲਿਆ, ਸਭ ਕੁਝ ਖਾਣ ਪੀਣ ਪਹਿਨਣ ਲਈ ਮਿਲਿਆ, ਜ਼ਿੰਦਗੀ ਦਾ ਹਰ ਇੱਕ ਰਸ ਮਾਣ ਰਹੇ ਹੈ। ਸਭ ਕੁਝ ਹੈ, ਜੋ ਵੀ ਹੈ ਉਹਦੀ ਕਿਰਪਾ ਨਾਲ ਹੈ, ਉਹਦੀ ਦਇਆ ਨਾਲ ਹੈ। ਤੇ ਗੁਰੂ ਅਰਜਨ ਸਾਹਿਬ ਅਖੀਰ 'ਚ ਕਹਿੰਦੇ ਨੇ ਨਾਨਕ ਸਦਾ ਧਿਆਈ ਹੈ। ਬਸ ਉਹਨੂੰ ਸਦਾ ਧਿਆਉਣਾ ਹੈ, ਧਿਆਵਣ ਯੋਗ, ਕਿਉਂਕਿ ਉਹ ਧਿਆਉਣ ਯੋਗ ਹੈ। ਉਹ ਇਸ ਯੋਗ ਹੈ ਕਿ ਅਸੀਂ ਉਹਨੂੰ ਧੰਨ ਧੰਨ ਆਖੀਏ, ਉਹਦਾ ਧੰਨਵਾਦ ਕਰੀਏ। ਦਾਤਿਆ ਸ਼ੁਕਰ ਹੈ ਤੇਰਾ ਮਾਲਕਾ, ਸ਼ੁਕਰ ਹੈ ਤੇਰਾ ਵਾਹਿਗੁਰੂ, ਤੂੰ ਇੰਨੀ ਵੱਡੀ ਕਿਰਪਾ ਗਰੀਬਾਂ ਉੱਤੇ ਕੀਤੀ। ਬਸ ਭਲਿਓ ਇੰਨੀ ਕੁ ਗੱਲ ਹੈ। ਆਹੀ ਸਿਮਰਨ ਹੈ, ਇਹਨੂੰ ਪੱਲੇ ਬੰਨ ਲਿਓ। ਜੇ ਤੁਸੀਂ ਜ਼ਿੰਦਗੀ ਦੇ ਹਰ ਇੱਕ ਪਾਰਟ ਵਿੱਚ ਉਹਨੂੰ ਐਡ ਕਰ ਲਿਆ ਨਾ, ਜ਼ਿੰਦਗੀ ਦੇ ਵਿੱਚ ਕਦੇ ਦੁਖੀ ਨਹੀਂ ਰਹੋਗੇ। ਸ਼ੁਕਰਾਨਾ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਏਗਾ। ਇਨਸਾਨ ਭੁੱਖਾ ਉਹੀ ਮਰਦਾ ਹੈ ਜਿਹੜਾ ਕਦੇ ਸ਼ੁਕਰ ਨਹੀਂ ਕਰਦਾ। ਉਹ ਰੱਜਿਆ ਹੋਇਆ ਵੀ ਭੁੱਖਾ ਮਰਦਾ ਹੈ।
ਸੋਹਣੇ ਘਰਾਂ 'ਚ ਰਹਿ ਕੇ ਵੀ ਉਹ ਦੁਖੀ ਹੈ, ਚੰਗੇ ਕੱਪੜੇ ਪਾ ਕੇ ਵੀ ਉਹ ਦੁਖੀ ਹੈ, ਚੰਗੀਆਂ ਵਧੀਆ ਗੱਡੀਆਂ 'ਚ ਘੁੰਮ ਕੇ ਵੀ ਉਹ ਦੁਖੀ ਹੈ। ਏਸੀ ਸਰੀਰ ਨੂੰ ਠੰਡਾ ਕਰਦਾ ਹੈ, ਅੰਦਰ ਨੂੰ ਨਹੀਂ, ਯਾਦ ਰੱਖਿਓ। ਚੰਗੇ ਚੰਗੇ ਕੱਪੜੇ ਪਹਿਨਣ ਨੂੰ ਮਿਲ ਸਕਦੇ ਨੇ ਪੈਸੇ ਨਾਲ, ਚੰਗਾ ਘਰ ਤੇ ਚੰਗੇ ਬਿਸਤਰੇ, ਪਰ ਚੰਗੀ ਨੀਂਦ, ਚੰਗਾ ਜੀਵਨ ਤੇ ਸੁੱਖ ਆਰਾਮ ਪੈਸੇ ਨਾਲ ਨਹੀਂ ਮਿਲਦਾ। ਉਹ ਮਿਲਦਾ ਵਾਹਿਗੁਰੂ ਦੇ ਪਾਵਨ ਚਰਨਾਂ 'ਚ ਸੀਸ ਨਵਾਉਣ ਨਾਲ। ਜੇ ਚਾਹੁੰਦੇ ਹੋ ਸਾਡਾ ਜੀਵਨ ਆਨੰਦ ਵਿੱਚ ਮਗਨ ਰਹੇ, ਅਸੀਂ ਸੁਖੀ ਰਹੀਏ, ਹੱਸਦੇ ਖੇਡਦੇ ਰਹੀਏ, ਤੇ ਸੁਖਮਨੀ ਸਾਹਿਬ ਦੇ ਇਹ ਬਚਨ ਆਪਣੇ ਪੱਲੇ ਬੰਨ੍ਹ ਲਿਓ, ਜੀਵਨ ਤੁਹਾਡਾ ਸਫਲ ਹੋ ਜਾਏਗਾ ਜੀ। ਇਤਨੀਆਂ ਬੇਨਤੀਆਂ ਸਵੀਕਾਰ ਕਰਿਓ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।